स्टूडेंट्स ਅੱਜ ਦਾ ਸਾਡਾ ਗ੍ਰਾਮਰ ਦਾ ਟੌਪਿਕ ਹੈ ਇੰਟਰਚੇਂਜ ਆਫ ਅਫਰਮੇਟਿਵ ਐਂਡ ਨੈਗੇਟਿਵ ਸੈਂਟੈਂਸਸ। ਇੱਕ ਪੋਜ਼ਿਟਿਵ ਸੈਂਟੈਂਸ ਨੂੰ ਜੋ ਇੱਕ ਪੋਜ਼ਿਟਿਵ ਸੈਂਸ ਦਿੰਦਾ ਉਹਨੂੰ ਨੈਗੇਟਿਵ ਬਣਾਉਣ ਲਈ ਮੋਸਟਲੀ ਅਗਰ ਆਪਾਂ ਕਿਸੇ ਨੂੰ ਕਹਿੰਦੇ ਆ ਤੇ ਉਹ ਕੀ ਕਰਦੇ ਆ, ਨਾਟ ਵਰਡ ਲਗਾ ਦਿੱਤਾ, ਨੈਵਰ ਵਰਡ ਲਗਾ ਦਿੱਤਾ, ਨਨ ਵਰਡ ਲਗਾ ਦਿੱਤਾ। ਉਹ ਵਰਡ ਜਿਹੜੇ ਕਿ ਨੈਗੇਟਿਵ ਸੈਂਸ ਦਿੰਦੇ ਆ ਉਹਨੂੰ ਯੂਜ਼ ਕਰਕੇ ਇਹ ਮੰਨਿਆ ਜਾਂਦਾ ਕਿ ਉਹ ਸ਼ਾਇਦ ਨੈਗੇਟਿਵ ਸੈਂਟੈਂਸ ਬਣ ਗਿਆ। ਇਹ ਗੱਲ ਠੀਕ ਹੈ, ਲੇਕਿਨ ਇਹ ਕਦੋਂ ਤੱਕ ਠੀਕ ਹੈ? ਜਦੋਂ ਆਪਾਂ ਕਿਸੇ ਸੈਂਟੈਂਸ ਦੀ ਫਾਰਮੇਸ਼ਨ ਕਰਦੇ ਹਾਂ। ਇਹ ਚੀਜ਼ ਮੈਂ ਫਸਟ ਵੀਡੀਓ ਦੇ ਵਿੱਚ ਵੀ ਦੱਸੀ ਸੀ, ਜਿੱਥੇ ਕਿ ਟਰਾਂਸਫਾਰਮੇਸ਼ਨ ਆਫ ਸੈਂਟੈਂਸਸ ਦਾ ਮੀਨਿੰਗ ਕਲੀਅਰ ਕੀਤਾ ਸੀਗਾ, ਜਿਹਦੇ ਵਿੱਚ ਦੱਸਿਆ ਕਿ ਫਾਰਮੇਸ਼ਨ ਕਰਨਾ, ਕਿਸੇ ਸੈਂਟੈਂਸ ਨੂੰ ਬਣਾਉਣਾ, ਇਹ ਇੱਕ ਅਲੱਗ ਚੀਜ਼ ਹੈ, ਉਹਦਾ ਮੀਨਿੰਗ ਅਲੱਗ ਹੈ। ਲੇਕਿਨ ਜਦੋਂ ਕਿਸੇ ਸੈਂਟੈਂਸ ਨੂੰ ਟਰਾਂਸਫਾਰਮ ਕਰਦੇ ਹਾਂ, ਮੀਨਸ ਬਦਲਣਾ ਹੈ, ਲੇਕਿਨ ਉਹਦਾ ਮੀਨਿੰਗ ਸੇਮ ਹੀ ਰੱਖਣਾ ਹੈ। ਹੁਣ ਇੱਕ ਐਗਜ਼ਾਮਪਲ ਦੇ ਕੇ ਅਗਰ ਮੈਂ ਕਲੀਅਰ ਕਰਾਂ, ਆਈ ਐਮ ਏ ਗੁੱਡ ਗਰਲ। ਹੁਣ ਇਹਦਾ ਅਗਰ ਨੈਗੇਟਿਵ, ਇਸੇ ਹੀ ਸੈਂਟੈਂਸ ਦਾ ਅਗਰ ਨੈਗੇਟਿਵ ਬਣਾਉਣ ਵਾਸਤੇ ਕਿਹਾ ਜਾਏ ਔਰ ਇਹ ਲਿਖ ਦਿੱਤਾ ਜਾਏ ਆਈ ਐਮ ਨਾਟ ਅ ਗੁੱਡ ਗਰਲ, ਤੇ ਹੁਣ ਤੁਸੀਂ ਧਿਆਨ ਨਾਲ ਦੇਖੋ ਕਿ ਨਾਟ ਲਗਾ ਕੇ ਫਾਰਮੇਸ਼ਨ ਤਾਂ ਕਰ ਦਿੱਤੀ ਗਈ ਹੈ, ਬਟ ਵੀ ਕੈਨ ਨਾਟ ਕਾਲ ਇਟ ਟਰਾਂਸਫਾਰਮੇਸ਼ਨ because the meaning of the both sentences are different. It is totally opposite. मैं एक चंगी कुड़ी हाँ, मैं एक चंगी कुड़ी नहीं हाँ, दोनों दे मीनिंग दे विच बिल्कुल अंतर है, बहुत ज़्यादा डिफरेंस है और एक दूसरे दे अपोजिट हो गए। इस करके आपां जो ट्रांसफॉर्मेशन करनी है वो सेंटेंस दा मीनिंग बिल्कुल नहीं बदलना है। इस करके इस जो मैथड है, इस मैथड ਨੂੰ ਆਪਾਂ ट्रांसफॉर्मेशन ਦੇ ਵਿੱਚ यूज़ नहीं करते हैं। ਤੇ ਹੁਣ ਕਿਹੜੇ ਤਰੀਕੇ ਹੈ? ਸਿਰਫ ਇੱਕ ਹੀ ਤਰੀਕਾ ਨਹੀਂ ਹੈ, ਇਹਦੇ 'ਚ ਬਹੁਤ ਸਾਰੇ ਡਿਫਰੈਂਟ ਮੈਥਡਸ ਨੂੰ ਅਸੀਂ ਯੂਜ਼ ਕਰਾਂਗੇ ਇੱਕ ਅਫਰਮੇਟਿਵ ਸੈਂਟੈਂਸ ਨੂੰ ਨੈਗੇਟਿਵ ਸੈਂਟੈਂਸ ਬਣਾਉਣ ਵਾਸਤੇ, ਔਰ ਉਹਨਾਂ ਤਰੀਕਿਆਂ ਨੂੰ ਅਸੀਂ ਇੱਕ ਇੱਕ ਕਰਕੇ ਹੁਣ ਦੇਖਦੇ ਹਾਂ। ਹੁਣ ਅਸੀਂ ਦੇਖਦੇ ਹਾਂ ਕਿ ਇੱਕ ਅਫਰਮੇਟਿਵ ਸੈਂਟੈਂਸ ਨੂੰ ਨੈਗੇਟਿਵ ਬਣਾਉਣ ਦਾ ਪਹਿਲਾ ਫਸਟ ਮੈਥਡ ਕਿਹੜਾ ਹੈ। ਨਾਟ ਦੇ ਨਾਲ ਅਪੋਜ਼ਿਟ ਨੂੰ ਯੂਜ਼ ਕਰਕੇ, ਕਿਸੇ ਵੀ ਵਰਡ ਦਾ ਜੋ ਅਪੋਜ਼ਿਟ ਵਰਡ ਹੈ ਉਹਨੂੰ ਯੂਜ਼ ਕਰਕੇ ਅਸੀਂ ਨਾਟ ਲਗਾ ਕੇ ਇੱਕ ਅਫਰਮੇਟਿਵ ਸੈਂਟੈਂਸ ਦੇ ਵਿੱਚ ਟਰਾਂਸਫਾਰਮ ਕਰਕੇ ਉਹਨੂੰ ਨੈਗੇਟਿਵ ਬਣਾ ਸਕਦੇ ਹਾਂ। ਜਿਸ ਤਰ੍ਹਾਂ ਐਗਜ਼ਾਮਪਲ ਦੇਖੀਏ, ਹੀ ਇਜ਼ ਓਨੈਸਟ, ਔਰ ਇਹਦਾ ਨੈਗੇਟਿਵ ਬਣਾਉਣਾ ਹੈ ਹੀ ਇਜ਼ ਨਾਟ ਓਨੈਸਟ। ਅਗਰ ਲਿਖ ਦਾਂਗੇ ਤੇ ਬਿਲਕੁਲ ਮੀਨਿੰਗ ਡਿਫਰੈਂਟ ਹੋ ਜਾਏਗਾ। ਉਹ ਇਮਾਨਦਾਰ ਹੈ, ਉਹ ਇਮਾਨਦਾਰ ਨਹੀਂ ਹੈ, ਨਹੀਂ। ਲੇਕਿਨ ਅਸੀਂ ਇਸ ਤਰੀਕੇ ਨਾਲ ਨਹੀਂ ਕਰਨਾ, नॉट लगाना नहीं है, क्योंकि मीनिंग बिल्कुल डिफरेंट हो रहा, बिल्कुल गलत मतलब उदा निकलदा पिया। इस करके असी फर्स्ट मैथड नू यूज़ करके इत्थे नॉट दे नाल अपोजिट वर्ड लगा के इस सेंटेंस नू चेंज कीता। और हुण इहदा सेंटेंस दा मीनिंग देखिए, ही इज़ ऑनेस्ट, he is not dishonest, means both meanings are same, both sentences are same। दोनों sentences ਦੀ सेंस ਇੱਥੇ same ਬਣਦੀ ਹੈ। See the next sentence, the shirt is dirty। You cannot write that shirt is not dirty, shirt ਗੰਦੀ ਹੈ। ਤੁਸੀਂ ਕੀ ਲਿਖ ਸਕਦੇ ਆ, the shirt is not clean। dirty ਦਾ opposite use ਕੀਤਾ, clean। the horse ran fast, horse ran fast, horse did not run slow। डिड दे नाल वर्ब दी फर्स्ट फॉर्म आई, इस करके इत्थे रन लगा, और फास्ट दा अपोजिट असी की लगाया इत्थे स्लो, और सेंस नेगेटिव बनाई है। डिड नॉट, डज नॉट, या फिर नॉट, इज नॉट, एम नॉट, आर नॉट, इस तरीके दे नाल तुसी वर्ब दे नाल अकॉर्डिंग टू सेंटेंस दे विच किहड़ा वर्ब यूज होने इत्थे पास्ट एंड डेफिनेट सीगा, सेकेंड फॉर्म ऑफ द वर्ब सी, सो वी हैव टू पुट डिड हेयर, और डिड दे नाल हमेशा वर्ब दी फर्स्ट फॉर्म आती है। इस करके डिड नॉट रन इत्थे इहदा नैगेटिव सेंटेंस बनाया। हुण दूसरा मैथड देखते हैं आपां। नैक्सट सेंटेंस दे विच आपां नैगेटिव बनाउण वास्ते उहनूं डबल नैगेटिव कीता है। डबल नैगेटिव दा मतलब कि दो तरीके दे नाल उहनूं असीं नैगेटिव करदे पए हां। फॉर एग्जाम्पल, ही ट्राइड एवरी प्लान, ਉਹਨੇ ਕੋਈ ਵੀ ਪਲਾਨ ਛੱਡਿਆ ਨਹੀਂ, ਉਹਨੇ ਹਰ ਇੱਕ ਪਲਾਨ ਨੂੰ ਟਰਾਈ ਕੀਤਾ। ਹੀ ਲੈਫਟ ਨੋ ਪਲਾਨ, ਔਰ ਦੋਨਾਂ ਦਾ ਮੀਨਿੰਗ ਸੇਮ ਹੈ। ਟਰਾਈਡ ਦੀ ਜਗ੍ਹਾ ਲੈਫਟ ਹੋ ਗਿਆ, ਔਰ ਐਵਰੀ ਪਲਾਨ ਨੋ ਪਲਾਨ। ਡਬਲ ਨੈਗੇਟਿਵ ਸੈਂਸ ਇਹਦੇ ਵਿੱਚ ਲਿਆ ਕੇ ਅਸੀਂ ਸੈਂਟੈਂਸ ਨੂੰ ਚੇਂਜ ਕਰ ਰਹੇ ਹਾਂ।
ਨੈਗੇਟਿਵ ਬਣਾ ਰਹੇ ਹਾਂ। ਇਸੇ ਤਰ੍ਹਾਂ do attend the meeting, do not fail to attend the meeting। do attend ਨੂੰ ਨੈਗੇਟਿਵ ਬਣਾਉਣ ਲਈ do not ਔਰ attend ਦੀ ਜਗ੍ਹਾ fail to attend ਇਹ ਉਹਦਾ ਆਪੋਜ਼ਿਟ, ਤੇ ਇੱਥੇ not ਵੀ ਲੱਗਾ ਔਰ ਇਹਦਾ ਆਪੋਜ਼ਿਟ ਵੀ ਯੂਜ਼ ਹੋ ਰਿਹਾ, that so that we can say that we are use double negative to change these, to transform these sentences। he rejected my offer, he did not accept my offer। reject ਦਾ opposite ਵੀ use ਕਰ ਦਿੱਤਾ ਔਰ ਕਿਉਂਕਿ ਇੱਥੇ second form of the verb use ਕੀਤੀ ਹੈ ਸੋ did ਦੇ ਨਾਲ not ਲਗਾ ਦਿੱਤਾ ਗਿਆ। ਇਸ ਮੈਥਡ ਤੋਂ ਬਾਅਦ ਦੂਸਰਾ ਮੈਥਡ ਜਿਹਦੀ ਹੈਲਪ ਦੇ ਨਾਲ ਆਪਾਂ ਸੈਂਟੈਂਸ ਨੂੰ ਟਰਾਂਸਫਾਰਮ ਕਰ ਸਕਦੇ ਹਾਂ ਨੈਗੇਟਿਵ ਸੈਂਟੈਂਸ ਦੇ ਵਿੱਚ, ਔਰ ਉਹ ਮੈਥਡ ਹੈ if there is have or has in the sentence, ਅਗਰ has ਜਾਂ have ਦੇ ਨਾਲ verb ਦਿੱਤਾ ਹੋਇਆ ਤੇ ਉਹਨੂੰ ਚੇਂਜ ਕਰਕੇ ਆਪਾਂ is am are according to the tense or according to the sentence not or without ਲਗਾ ਕੇ ਕਿਵੇਂ ਸੈਂਟੈਂਸ ਨੂੰ ਚੇਂਜ ਕਰ ਸਕਦੇ ਹਾਂ। ਦੇਖੀਏ ਫਸਟ ਸੈਂਟੈਂਸ she has courage, she has courage and she is not without courage। is ਕਿਉਂ ਲੱਗਾ ਕਿਉਂਕਿ ਇੱਥੇ has ਹੈ ਔਰ she ਦੇ ਨਾਲ is ਹੀ ਲੱਗੇਗਾ, am ਜਾਂ are ਦੇ ਵਿੱਚੋਂ ਨਹੀਂ ਲੱਗ ਸਕਦਾ। she is not without courage ਔਰ ਇਹਨਾਂ ਹੈਲਪਿੰਗ ਵਰਬਸ ਦੇ ਨਾਲ ਅਸੀਂ not ਔਰ without ਲਗਾ ਕੇ ਸੈਂਟੈਂਸ ਨੂੰ ਚੇਂਜ ਕੀਤਾ ਔਰ ਦੋਨਾਂ ਦਾ ਮੀਨਿੰਗ ਤੁਸੀਂ ਦੇਖ ਸਕਦੇ ਹਾਂ ਸੇਮ ਮੀਨਿੰਗ ਹੈ। ਇਸੇ ਤਰ੍ਹਾਂ ਅਗਰ ਇੱਕ ਸੈਂਟੈਂਸ ਹੋਰ ਬਣਾਈਏ she has money, she is not without money। she has lots of property, she has not without lots of property। ਕਹਿਣ ਦਾ ਮਤਲਬ ਕਿ has ਔਰ have ਨੂੰ ਆਪਾਂ is not ਔਰ without ਦੇ ਨਾਲ ਚੇਂਜ ਕਰ ਰਹੇ ਹਾਂ। ਨੈਕਸਟ ਸੈਂਟੈਂਸ ਦੇਖ ਲੀजिए I have love for my country, I am not without love for my country। ਜੋ ਵਰਡਸ ਨੂੰ ਅੰਡਰਲਾਈਨ ਕੀਤਾ ਹੈ ਉਹਨਾਂ ਦੋਨਾਂ ਦੇ ਵਿੱਚ ਜੋ ਕਨੈਕਸ਼ਨ ਹੈ ਔਰ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਚੇਂਜ ਕੀਤਾ ਹੈ ਇਹ ਅੰਡਰਲਾਈਨ ਕੀਤੇ ਹੋਏ ਵਰਡਸ ਨੂੰ ਦੇਖ ਕੇ ਤੁਸੀਂ ਅੱਛੀ ਤਰ੍ਹਾਂ ਸਮਝ ਸਕਦੇ ਆ। ਥਰਡ ਸੈਂਟੈਂਸ ਦੇਖੀਏ they have good books, they are not without good books। ਇਸ ਤਰੀਕੇ ਦੇ ਨਾਲ has ਔਰ have ਵਾਲੇ ਸੈਂਟੈਂਸਸ ਨੂੰ ਆਪਾਂ ਨੈਗੇਟਿਵ ਸੈਂਟੈਂਸ ਦੇ ਵਿੱਚ ਟਰਾਂਸਫਾਰਮ ਕਰ ਦਿੱਤਾ। ਹੁਣ ਨੈਕਸਟ ਮੈਥਡ, ਅਗਰ ਸੈਂਟੈਂਸ ਦੇ ਵਿੱਚ ਓਨਲੀ ਜਾਂ ਅਲੋਨ ਦਿੱਤਾ ਗਿਆ ਹੈ ਤੇ ਉਹਨੂੰ ਨੈਗੇਟਿਵ ਬਣਾਉਣ ਵਾਸਤੇ none but ਲਗਾ ਕੇ ਨੈਗੇਟਿਵ ਬਣਾਇਆ ਜਾ ਸਕਦਾ ਹੈ। ਫॉर एग्जाम्पल only the brave deserve the victory। ਸਿਰਫ ਬਹਾਦਰ ਲੋਕ only word ਲਗਾ ਹੋਇਆ, none but the brave deserve the victory। ਇੱਥੇ victory ਹੈ, none but the brave deserve the victory। only ਦੀ ਜਗ੍ਹਾ none but ਲਗਾ ਦਿੱਤਾ। ਇਸੇ ਤਰੀਕੇ ਦੇ ਨਾਲ the poor alone deserve our help। alone ਦੀ ਜਗ੍ਹਾ only ਔਰ alone ਦੋਨੋਂ words ਅਗਰ ਹੋਣ, alone ਦੀ ਜਗ੍ਹਾ ਵੀ ਆਪਾਂ ਕੀ ਲਗਾ ਰਹੇ ਹਾਂ none but the poor deserve our help। ਦੋਨੋਂ sentences ਦੇ meaning same ਹੈ, ਸਿਰਫ ਉਹਨੂੰ ਲਿਖਣ ਦਾ ਤਰੀਕਾ ਬਦਲੀ ਕੀਤਾ ਹੈ। ਉਹਨੂੰ ਲਿਖਣ ਵਾਸਤੇ ਕੁਝ ਚੇਂਜਸ ਆਪਾਂ ਲੈ ਕੇ ਆਏ ਹਾਂ, ਇੱਥੇ ਉਹੀ ਚੀਜ਼ ਸਿੱਖਦੇ ਪਏ ਹਾਂ। ਹੁਣ ਅਗਲਾ ਤਰੀਕਾ ਦੇਖੀਏ ਜੋ ਕਿ ਤੁਸੀਂ ਪਹਿਲੇ ਵੀ ਸਿੱਖ ਚੁੱਕੇ ਹੋ, ਰਿਮੂਵਿੰਗ ਟੂ ਨੂੰ ਜੋ ਰਿਮੂਵ ਕਰਨ ਵਾਲੇ ਚੈਪਟਰ ਦੇ ਵਿੱਚ ਤੁਸੀਂ ਰੀਡ ਕੀਤਾ ਸੀ ਕਿ ਜਦੋਂ ਟੂ ਨੂੰ ਰਿਮੂਵ ਕਰਦੇ ਹਾਂ ਤੇ ਸੈਂਟੈਂਸ ਨੈਗੇਟਿਵ ਹੋ ਜਾਂਦਾ ਹੈ, ਤੇ ਇਹ ਵੀ ਇੱਕ ਤਰੀਕਾ ਹੈ। ਇਟ ਇਜ਼ ਆਲਸੋ ਵਨ ਆਫ ਦ ਮੈਥਡਸ ਟੂ ਚੇਂਜ ਜਾਂ ਟੂ ਟਰਾਂਸਫਾਰਮ ਦ ਸੈਂਟੈਂਸ ਇਨਟੂ ਨੈਗੇਟਿਵ। ਫॉर एग्जाम्पल he is too poor to buy books, he is so poor that he cannot buy books। too poor ਦੀ ਜਗ੍ਹਾ ਤੁਸੀਂ ਜਾਣਦੇ ਹੋ ਕਿ ਕਿਵੇਂ ਚੇਂਜ ਕਰੀਦਾ, so ਔਰ that ਲਗਾ ਕੇ, ਔਰ because is means present ਹੈ ਤਾਂ can not ਆ ਗਿਆ, ਅਗਰ was ਹੁੰਦਾ ਤੇ could not ਆ ਜਾਂਦਾ। next sentence he is too weak to walk fast, he is so weak that he cannot walk fast। so that ਲਗਾ ਕੇ ਇਹਨਾਂ sentences ਨੂੰ ਆਪਾਂ change ਕੀਤਾ ਹੈ। so what is our next method? ਸਾਡਾ ਅਗਲਾ ਜੋ ਮੈਥਡ ਹੈ, ਅਗਰ ਸੈਂਟੈਂਸ ਦੇ ਵਿੱਚ ਕੰਪੈਰੀਜ਼ਨ ਕੀਤਾ ਹੋਇਆ ਕਿਸੇ ਦੋ ਡਿਗਰੀਜ਼ ਨੂੰ, ਕਿਸੇ ਦੋ ਨਾਊਨ ਨੂੰ ਜਾਂ ਕਿਸੇ ਦੋ ਆਬਜੈਕਟਸ ਨੂੰ ਕੰਪੇਅਰ ਕੀਤਾ ਹੋਇਆ ਤੇ ਉਥੇ ਡਿਗਰੀ ਆਫ ਕੰਪੈਰੀਜ਼ਨ ਨੂੰ ਚੇਂਜ ਕਰਕੇ ਆਪਾਂ ਨੈਗੇਟਿਵ ਸੈਂਟੈਂਸ ਬਣਾ ਸਕਦੇ ਹਾਂ ਅਸੀਂ।
she is as beautiful as the moon. And the negative sentence, the moon is not more beautiful than she. He is greater than I am not as great as he. ਡਿਗਰੀ ਆਫ ਕੰਪੈਰੀਜ਼ਨ ਨੂੰ ਸਮਝਣ ਵਾਸਤੇ ਤੁਹਾਨੂੰ ਅਲੱਗ ਤੋਂ ਵੀਡੀਓ ਇੱਕ ਬਣਾ ਕੇ ਮੈਂ ਭੇਜਣੀ ਹੈ, ਔਰ ਉਸ ਡਿਗਰੀ ਆਫ ਕੰਪੈਰੀਜ਼ਨ ਚੈਪਟਰ ਦੇ ਵਿੱਚ ਐਕਚੁਅਲੀ ਡਿਗਰੀਜ਼ ਹੁੰਦੀਆਂ ਕਿਹੜੀਆਂ ਕੰਪੈਰੀਜ਼ਨ ਕਰਨ ਵਾਲੀਆਂ ਤੁਸੀਂ ਪੜ੍ਹਿਆ ਹੋਣਾ ਕਿ ਇੱਕ ਪੋਜ਼ਿਟਿਵ ਹੁੰਦੀ ਹੈ, ਇੱਕ ਕੰਪੈਰੀਟਿਵ ਹੁੰਦੀ ਹੈ, ਔਰ ਇੱਕ ਸੁਪਰਲੇਟਿਵ ਡਿਗਰੀ ਹੁੰਦੀ ਹੈ। ਇਹ ਐਜ਼ ਬਿਊਟੀਫੁਲ ਐਜ਼ ਇੱਥੇ ਪੋਜ਼ਿਟਿਵ ਡਿਗਰੀ ਹੈ, ਜਿਹਨੂੰ ਕਿ ਕੰਪੈਰੀਟਿਵ ਡਿਗਰੀ ਦੇ ਵਿੱਚ ਚੇਂਜ ਕੀਤਾ। ਮੂਨ ਔਰ ਸ਼ੀ, the female one, ਜਿਹਦੇ ਨਾਲ ਮੂਨ ਦਾ ਕੰਪੈਰੀਜ਼ਨ ਹੋਇਆ, ਐਂਡ ਹੀ ਐਂਡ ਆਈ ਦੇ ਵਿੱਚ ਕੰਪੈਰੀਜ਼ਨ ਹੋ ਰਿਹਾ ਗ੍ਰੇਟਰ, ਇੱਥੇ ਕੰਪੈਰੀਟਿਵ ਡਿਗਰੀ ਹੈ, ਔਰ ਉਹਨੂੰ ਪੋਜ਼ਿਟਿਵ ਦੇ ਵਿੱਚ ਚੇਂਜ ਕਰ ਦਿੱਤਾ। ਇਸ ਤਰ੍ਹਾਂ ਨੋਟ ਲਗਾਉਣ ਵਾਸਤੇ ਅਸੀਂ ਡਿਗਰੀ ਆਫ ਕੰਪੈਰੀਜ਼ਨ ਮੀਨਸ ਕੰਪੇਅਰ ਕਰਨ ਵਾਲੀ ਡਿਗਰੀਜ਼ ਨੂੰ ਚੇਂਜ ਕਰਕੇ ਵੀ ਨੈਗੇਟਿਵ ਸੈਂਟੈਂਸ ਬਣਾ ਸਕਦੇ ਹਾਂ। ਨੈਕਸਟ ਮੈਥਡ to make negative sentence, use no sooner did than। no sooner did ਨਾਲ ਲਗਾ ਕੇ then ਲਗਾ ਕੇ ਇਸ +2 ਦੇ ਫਾਈਨਲ ਐਗਜ਼ਾਮ ਦੇ ਵਿੱਚ ਇੱਕ ਜੋ ਸੈਂਟੈਂਸ ਸੀਗਾ ਇਹਨਾਂ ਦੇ ਵਿੱਚੋਂ ਵੀ ਸੈਂਟੈਂਸ ਸੀਗਾ ਇੱਕ ਸੈੱਟ ਦੇ ਵਿੱਚ ਦਿੱਤਾ ਹੋਇਆ, ਤੇ ਇਹਨੂੰ ਤੁਸੀਂ ਦੇਖ ਸਕਦੇ ਆ ਕਿਸ ਤਰੀਕੇ ਦੇ ਨਾਲ ਚੇਂਜ ਕਰਨਾ। as soon as the teacher came the student stopped talking। ਜਿੱਦਾਂ ਹੀ ਟੀਚਰ ਆਇਆ ਕਲਾਸ ਦੇ ਵਿੱਚ ਸਟੂਡੈਂਟ ਬੋਲਣਾ ਬੰਦ ਕਰ ਦਿੱਤਾ, ਸਟੂਡੈਂਟਸ ਨੇ ਉਦੋਂ ਤਿੱਕਰ ਬੋਲਣਾ ਬੰਦ ਨਹੀਂ ਕੀਤਾ ਜਦੋਂ ਤਿੱਕਰ ਟੀਚਰ ਨਹੀਂ ਆਇਆ। no sooner did the teacher come then the student stopped talking। no sooner did ਜਦੋਂ ਤਿੱਕਰ ਨਹੀਂ ਪਹੁੰਚਿਆ ਸੀਗਾ। next ਦੇਖੀਏ, as soon as I reached there he left the room। no sooner did I reach there then he left the room। ਉਦੋਂ ਤਿੱਕਰ ਉਹਨੇ ਕਮਰਾ ਨਹੀਂ ਛੱਡਿਆ ਜਦੋਂ ਤਿੱਕਰ ਮੈਂ ਉੱਥੇ ਨਹੀਂ ਪਹੁੰਚਿਆ। ਤੇ ਸਾਡਾ ਨੈਕਸਟ ਜੋ ਲਾਸਟ ਮੈਥਡ ਸੀਗਾ no sooner did ਦੇ ਨਾਲ then ਲਗਾ ਕੇ, ਤੁਸੀਂ ਸੈਂਟੈਂਸ ਦੇ ਵਿੱਚ then ਵੀ ਦੇਖ ਸਕਦੇ ਆ। no sooner did than, no sooner did than ਇਹ ਲਗਾ ਕੇ ਸੈਂਟੈਂਸ ਨੂੰ ਨੈਗੇਟਿਵ ਦੇ ਵਿੱਚ ਚੇਂਜ ਕੀਤਾ। ਔਰ ਮੇਨ ਜੋ ਗੱਲ ਨੂੰ ਯਾਦ ਰੱਖਣਾ ਕਿ ਸੈਂਟੈਂਸ ਬਣਾਉਣ ਦੇ ਟਾਈਮ ਉਹਨਾਂ ਦਾ ਮੀਨਿੰਗ ਬਿਲਕੁਲ ਵੀ ਬਦਲਣਾ ਨਹੀਂ ਹੈ, ਟੈਂਸ ਨੂੰ ਬਦਲਣਾ ਨਹੀਂ ਹੈ, ਸੈਂਸ ਨੂੰ ਬਦਲਣਾ ਨਹੀਂ ਹੈ। ਜੋ ਸੈਂਟੈਂਸ ਨੂੰ ਲਿਖਣ ਦਾ ਜੋ ਵੇ ਆਫ ਰਾਈਟਿੰਗ ਹੈ, ਉਹਨੂੰ ਲਿਖਣ ਦਾ ਤਰੀਕਾ ਅਸੀਂ ਚੇਂਜ ਕੀਤਾ, ਇਹਦੇ ਵਿੱਚ ਹੋਰ ਕੋਈ ਚੇਂਜ ਆਪਣੇ ਕੋਲੋਂ ਅਸੀਂ ਨਹੀਂ ਕੀਤਾ। ਤਾਂ ਦੁਬਾਰਾ ਤੋਂ ਆਪਾਂ ਇਸ ਚੀਜ਼ ਨੂੰ ਦੇਖਦੇ ਹਾਂ। ਫਸਟ ਮੈਥਡ ਸੀਗਾ ਨੋਟ ਨੂੰ ਅਪੋਜ਼ਿਟ ਲਗਾ ਕੇ, ਨੋਟ ਦੇ ਨਾਲ ਅਪੋਜ਼ਿਟ ਲਗਾਇਆ, ਔਰ ਇਹਨਾਂ ਸੈਂਟੈਂਸਿਸ ਦੇ ਵਿੱਚ ਡਬਲ ਨੈਗੇਟਿਵ ਸੈਂਟੈਂਸ ਵੀ ਆ ਰਹੇ ਸੀਗੇ, ਜਿਹਦੇ ਵਿੱਚ ਕਿ ਡਬਲ ਨੈਗੇਟਿਵ ਕਰਕੇ हैज़ हैव ਦੀ ਜਗ੍ਹਾ ਇਜ਼ ਐਮ ਆਰ ਨੋਟ ਵਿਦਆਊਟ ਲਗਾਇਆ, ਔਰ ਉਹ ਸੈਂਟੈਂਸ ਜਿਹਦੇ ਵਿੱਚ ਕਿ ਓਨਲੀ ਜਾਂ ਅਲੋਨ ਵਰਡ ਦਿੱਤਾ ਹੋਇਆ ਉਹਦੇ ਵਿੱਚ ਨਨ ਬਟ, ਨਨ ਔਰ ਬਟ ਲਗਾ ਕੇ ਆਪਾਂ ਚੇਂਜ ਕੀਤਾ। ਰਿਮੂਵਿੰਗ ਟੂ ਕਰਕੇ ਵੀ ਆਪਾਂ ਸੈਂਟੈਂਸ ਨੂੰ ਨੈਗੇਟਿਵ ਬਣਾ ਰਹੇ ਹਾਂ, ਔਰ ਡਿਗਰੀ ਆਫ ਕੰਪੈਰੀਜ਼ਨ ਦੇ ਵਿੱਚ ਵੀ ਚੇਂਜ ਕਰਕੇ ਬਣਾ ਰਹੇ ਹਾਂ। ਔਰ ਲਾਸਟ ਵਨ ਇਜ਼ no sooner did ਲਗਾ ਕੇ then ਲਗਾ ਕੇ ਸੈਂਟੈਂਸ ਨੂੰ ਚੇਂਜ ਕਰ ਰਹੇ ਹਾਂ। ਔਰ ਇੰਨਾ ਸ਼ੋਰ ਹੈ ਕਿ ਕਿਸੇ ਵੀ ਸੈਂਟੈਂਸ ਨੂੰ, ਕਿਉਂਕਿ ਡਿਫਰੈਂਟ ਟਾਈਪ ਆਫ ਸੈਂਟੈਂਸਿਸ ਹੈ, ਤੇ ਉਹਨਾਂ ਨੂੰ ਚੇਂਜ ਕਰਨ ਦਾ ਮੈਥਡ ਵੀ ਡਿਫਰੈਂਟ ਹੋਣਾ ਹੈ। ਸਿਰਫ ਇੱਕ ਵਾਰੀ ਸਮਝਣ ਦੇ ਨਾਲ ਅਗਰ ਇਹ ਚੀਜ਼ ਕਲੀਅਰ ਨਹੀਂ ਹੁੰਦੀ, ਤੇ ਜਿੰਨੇ ਜ਼ਿਆਦਾ ਐਗਜ਼ਾਮਪਲਸ ਔਰ ਐਕਸਰਸਾਈਜ਼ਸ ਆਪਾਂ ਸੋਲਵ ਕਰਾਂਗੇ ਗ੍ਰਾਮਰ ਦੇ ਵਿੱਚ ਇਸ ਟੌਪਿਕ ਨੂੰ ਲੈ ਕੇ, ਉਨੀ ਜ਼ਿਆਦਾ ਹੀ ਕਲੈਰਿਟੀ ਹੁੰਦੀ ਜਾਏਗੀ ਇਸ ਕਨਸੈਪਟ ਦੀ। ਥੈਂਕ ਯੂ ਫॉर ਵਾਚਿੰਗ।